ਜਿਹੜਾ ਕੁਝ ਹੋ ਰਿਹਾ ਹੁਣ ਪੰਜਾਬ ਦੇ ਵਿੱਚ ਉਹ ਮੈਂ ਤੁਹਾਡੇ ਸਾਹਮਣੇ ਇਹ ਸਾਰੀਆਂ ਗੱਲ ਰੱਖ ਸਕਾਂ। ਇਹ ਸ਼ੁਰੂ ਤਾਂ ਹੋਇਆ ਸੀ ਇਹ ਕੋਵਿਡ ਤੋਂ, ਔਰ ਫਿਰ ਫਸਲ ਵੱਢੀ ਜਾ ਰਹੀ ਸੀ, ਲੋਕਾਂ ਨੂੰ ਫਿਕਰ ਸੀ ਕਿ ਫਸਲ ਦਾ ਕੀ ਹੋਊਗਾ। ਵੈਸੇ ਇਹ ਸਾਰੀਆਂ ਗੱਲਾਂ ਤੁਸੀਂ ਮੈਥੋਂ ਜਾਣਨਾ ਚਾਹੁੰਦੇ ਸੀ। ਪਹਿਲੀ ਗੱਲ ਤਾਂ ਵਧਾਈ ਮੈਂ ਤੁਹਾਨੂੰ ਪਿਛਲੀ ਵਾਰ ਵੀ ਦਿੱਤੀ, ਫਿਰ ਦਿੰਦਾ। ਹੁਣ ਕੱਲ੍ਹ ਪਰਸੋਂ ਨੂੰ ਆਪਣੀ ਵਾਢੀ ਖਤਮ ਹੋ ਜਾਣੀ ਹੈ, ਖਰੀਦ ਖਤਮ ਹੋ ਜਾਣੀ ਹੈ, ਔਰ 128 ਲੱਖ ਸਾਡੇ ਮੈਟ੍ਰਿਕ ਟਨ ਤੱਕ ਇਹ ਆਪਣੀ ਫਸਲ ਐਤਕੀ ਪਹੁੰਚੀ ਹੈ। ਵਾਹਿਗੁਰੂ ਕਰੇ ਤੁਹਾਡੇ ਸਾਰੇ ਪਰਿਵਾਰ ਇਸ 'ਤੇ ਸੁਖੀ ਰਹਿਣ। ਉਹਦੇ 'ਚ ਤਕਰੀਬਨ 23,000 ਕਰੋੜ ਰੁਪਈਆ ਆਪਣੇ ਰੂਰਲ ਸੈਕਟਰ, ਆਪਣੇ ਕਿਸਾਨਾਂ ਵਾਸਤੇ ਇਹ ਆ ਚੁੱਕਿਆ ਇਸ ਫਸਲ ਦੇ ਰਾਹੀਂ। ਸੋ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਾਂਭ ਸਕੋਗੇ। ਜਿੱਥੇ ਤੱਕ ਕੋਵਿਡ ਦਾ ਮਸਲਾ ਹੈ, ਦੇਖੋ ਕੋਵਿਡ ਮੈਂ ਬਹੁਤ ਦੇਖਦਾ ਰਹਿੰਦਾ, ਲੋਕ ਕਹਿੰਦੇ ਵੀ ਰਹਿੰਦੇ ਨੇ ਕਿ ਜੀ ਹੁਣ ਮੁੱਕ ਚੱਲਿਆ, ਕੁਛ ਨਹੀਂ ਮੁੱਕਿਆ। ਇਹ ਦੁਨੀਆ ਤੁਸੀਂ ਅਗਰ ਦੇਖੋ, ਸਾਰੀ ਦੁਨੀਆ 'ਚ ਇਹ ਗੱਲ ਫੈਲ ਰਹੀ ਹੈ ਅਤੇ ਹੋ ਨਹੀਂ ਸਕਦਾ ਕਿ ਇਹ ਹਿੰਦੁਸਤਾਨ ਦੇ ਵਿੱਚ ਇਹ ਗੱਲ ਮੁੱਕ ਜੇ। ਇਹ ਆਪਾਂ ਨੂੰ ਬਹੁਤ ਇਹਤਿਆਤ ਕਰਨੀ ਪਊ, ਬਹੁਤ ਆਪਾਂ ਨੂੰ ਸੰਭਾਲ ਕੇ ਕੰਮ ਚੱਲਣਾ ਪਊਗਾ, ਤਾਂ ਹੀ ਆਪਾਂ ਇਹਨੂੰ ਕੰਟਰੋਲ 'ਚ ਰੱਖ ਸਕਾਂਗੇ। ਅੱਜ ਇਹ ਬਿਮਾਰੀ ਕੀ ਹੈ ਸਾਨੂੰ ਪਤਾ ਹੈ ਕਿ ਇਹ ਵਾਇਰਸ ਹੈ। ਕਿਸ ਕਿਸਮ ਦਾ ਵਾਇਰਸ ਹੈ, ਕਿੱਥੋਂ ਆਇਆ, ਕੈਸੇ ਇਹਦੀ ਦੇਖਭਾਲ ਹੋਣੀ ਚਾਹੀਦੀ ਹੈ, ਕਿਸੇ ਨੂੰ ਕੁਛ ਨਹੀਂ ਪਤਾ। ਹੁਣ ਤਾਂ ਸਿਰਫ ਡਾਕਟਰ ਉਹੀ ਦੱਸਦੇ ਨੇ ਥੋੜ੍ਹਾ ਬਹੁਤਾ, ਜਿਹੜਾ ਤੁਹਾਨੂੰ ਦਵਾਈ ਕੋਈ ਕਰੋਸਿਨ ਦੇ ਦੇ ਜਾਂ ਕੁਛ ਦੇ ਦੇ ਤੁਹਾਨੂੰ ਤੁਹਾਡੀ ਸਿਹਤ ਠੀਕ ਰੱਖਣ ਵਾਸਤੇ। ਲੇਕਿਨ ਇਹਨੂੰ ਕੈਸੇ ਅਸੀਂ ਕਾਬੂ ਕਰ ਸਕਦੇ ਹਾਂ ਦੁਨੀਆ ਭਰ 'ਚ, ਉਹਦਾ ਹਾਲੇ ਕਿਸੇ ਨੂੰ ਪਤਾ ਨਹੀਂ। ਹਰ ਮੁਲਕ ਆਪਣੀ ਰਿਸਰਚ ਕਰ ਰਿਹਾ, ਹਿੰਦੁਸਤਾਨ ਵੀ ਕਰ ਰਿਹਾ, ਅਮਰੀਕਾ 'ਚ ਹੋ ਗਈ, ਯੂਕੇ 'ਚ ਹੋ ਗਈ, ਜਰਮਨੀ 'ਚ ਹੋ ਰਹੀ ਹੈ, ਸਵਿਟਜ਼ਰਲੈਂਡ ਵਿੱਚ ਹੋ ਰਹੀ ਹੈ, ਔਰ ਕੋਈ ਨਾ ਕੋਈ ਇਹਦਾ ਨਿਕਲੂਗਾ। ਲੇਕਿਨ ਜੋ ਪਤਾ ਲੱਗ ਰਿਹਾ ਜਦ ਨਿਕਲੂ ਕਿ ਕੀ ਇਹਦਾ ਇਲਾਜ ਹੈ, ਜਦ ਨੂੰ ਆਊਗਾ ਸਾਡੇ ਔਰ ਇੱਥੇ ਅਸੀਂ ਇਸਤੇਮਾਲ ਕਰ ਸਕਾਂਗੇ, ਸਾਲ ਲੰਘ ਸਕਦਾ ਇਸ 'ਚ। ਤਾਂ ਸਾਨੂੰ ਤਿਆਰੀ ਪੂਰੀ ਆਪਾਂ ਨੂੰ ਰੱਖਣੀ ਪਊਗੀ, ਔਰ ਅਸੀਂ ਰੱਖ ਰਹੇ ਹਾਂ। ਪੰਜਾਬ ਦੇ ਵਿੱਚ ਮੈਂ ਇਹ ਤੁਹਾਡੀ ਹਿੰਮਤ ਹੈ ਜਿਹੜੀ ਤੁਸੀਂ ਸਾਰਿਆਂ ਨੇ ਆਪਣੀ ਇਹਦਾ ਬਚਾਓ ਕੀਤਾ ਹੈ। ਜੋ ਅਸੀਂ ਸਰਕਾਰ ਵੱਲੋਂ ਤੁਹਾਨੂੰ ਦੱਸਦੇ ਰਹੇ ਹਾਂ ਕਿ ਡਾਕਟਰ ਇਹ ਕਹਿੰਦੇ ਨੇ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ, ਤੁਸੀਂ ਮਾਸਕ ਪਾਓ, ਤੁਸੀਂ ਬਾਹਰ ਆਪਣੇ ਜਾ ਕੇ ਜਦੋਂ ਜਾਂਦੇ ਹੋ ਤੁਸੀਂ ਲੋਕਾਂ ਨੂੰ 6 ਫੁੱਟ ਤੋਂ ਘੱਟ ਨਾ ਤੁਸੀਂ ਆਪਣਾ ਵਕਫਾ ਰੱਖੋ, ਤਾਂ ਕਿ ਤੁਸੀਂ ਉਹਨਾਂ ਦੇ ਨਾਲ ਜਿਹੜੀ ਗੱਲ ਤੁਸੀਂ ਉਹਨਾਂ ਨਾਲ ਕਰਨੀ ਹੈ। ਉਹ ਇਹ ਸਾਰੀਆਂ ਚੀਜ਼ਾਂ ਦੱਸੀਆਂ। ਫਿਰ ਡਾਕਟਰਾਂ ਨੇ ਕਿਹਾ ਹੱਥ ਧੋ, ਸਾਬਣ ਇਸਤੇਮਾਲ ਕਰੋ, ਜਿੰਨੀ ਵਾਰ ਧੋ ਸਕਦੇ ਉਹਨਾਂ ਚੰਗਾ ਹੈ। ਇਹਦੇ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ ਨਾ, ਉਹਦੇ ਨਾਲ ਪੰਜਾਬ ਦੇ ਵਿੱਚ ਕਾਬੂ ਰਿਹਾ। ਇਹ ਸ਼ੁਰੂਆਤ ਕਿੱਥੋਂ ਹੋਈ ਸੀ? ਜਦੋਂ ਕੁਛ ਸਾਡੇ NRI ਬਾਹਰੋਂ ਆਏ, ਕੁਛ ਏਅਰਪੋਰਟ ਆਏ ਆਪਣੇ ਅੰਮ੍ਰਿਤਸਰ, ਕੁਛ ਆਏ ਆਪਣੇ ਮੋਹਾਲੀ ਵਿੱਚ, ਔਰ ਕੁਛ ਦਿੱਲੀ ਰਾਹੀਂ ਆਏ। 1,35,000 ਆਏ। ਉੱਥੋਂ ਸ਼ੁਰੂਆਤ ਹੋਈ, ਥੋੜ੍ਹੀ ਬਹੁਤੀ ਨਵਾਂ ਸ਼ਹਿਰ ਵਿੱਚ ਔਰ ਥੋੜ੍ਹੀ ਬਹੁਤੀ ਹੁਸ਼ਿਆਰਪੁਰ ਵਿੱਚ। ਉਸ ਤੋਂ ਬਾਅਦ ਫਿਰ ਇਹ ਜਿਹੜਾ ਨਿਜ਼ਾਮੂਦੀਨ ਦਾ ਉੱਥੋਂ ਦਿੱਲੀ ਤੋਂ ਉੱਥੋਂ ਆਏ, ਉਹ ਮਾਨਸਾ, ਸੰਗਰੂਰ ਉੱਧਰਲੇ ਪਾਸੇ, ਉੱਥੇ ਇਹ ਗੱਲ ਉੱਥੇ ਫੈਲ ਗਈ। ਫਿਰ ਉਸ ਤੋਂ ਬਾਅਦ ਜਿਹੜੇ ਸਾਡੇ ਨੰਦੇੜ ਸਾਹਿਬ ਤੋਂ ਆਏ, ਔਰ ਉਹਨਾਂ ਦੇ ਨਾਲ ਹੀ ਸਾਡੇ ਕੋਈ 4,000 ਬੰਦਾ ਗਿਆ ਸੀਗਾ ਰਾਜਸਥਾਨ 'ਚ ਸਰੋਂ ਵੱਢਣ ਲਈ, ਉਹ ਜਿਹੜੇ ਵਾਪਸ ਆਏ, ਔਰ ਕੁਛ ਕੋਟਾ ਤੋਂ ਆਏ। ਇਹ ਸਾਰਿਆਂ ਦੇ ਨਾਲ ਫਿਰ ਇੱਕ ਸਪਾਈਕ ਆਈ, ਲੇਕਿਨ ਉਹ ਵੀ ਕਾਬੂ ਅਸੀਂ ਕਰ ਲਈ। ਸੋ ਬਾਹਰੋਂ ਜਿਹੜੀਆਂ ਆਈਆਂ ਨੇ ਉਹ ਕਾਬੂ ਹੋ ਗਿਆ। ਹੁਣ ਕੀ ਹੋ ਰਿਹਾ ਉਰੇ? ਹੁਣ ਇੱਕ ਜਦੋਂ ਕੋਈ ਬਾਹਰੋਂ ਆਉਂਦਾ ਹੈ, ਔਰ ਅਗਰ ਉਹ ਬੰਦਾ ਬਗੈਰ ਡਾਕਟਰ ਦੇ ਕੋਲ ਆਪਣੇ ਜਿੱਥੇ ਸਾਡੀ ਟੀਮਸ ਨੇ ਉਹਨਾਂ ਨੂੰ ਰਿਪੋਰਟ ਕਰੇ ਬਗੈਰ ਆਪਣੇ ਘਰਾਂ ਚਲੇ ਜਾਂਦਾ, ਫਿਰ ਸਾਨੂੰ ਉਹਨਾਂ ਨੂੰ ਜਾ ਕੇ ਪਿੱਛੋਂ ਭਾਲਣਾ ਪੈਂਦਾ ਕਿ ਕਿਹਨੂੰ ਮਿਲਿਆ ਇਹ ਬੰਦਾ। ਹੁਣ ਦੇਖੋ ਤੁਸੀਂ ਕਿ ਅਸੀਂ ਜਿਹੜੇ ਬੰਦੇ ਆਏ ਨੇ ਉਰੇ, ਉਹਨਾਂ ਦੇ ਜਿਹੜੇ ਅੱਗੇ ਜਾ ਕੇ ਮਿਲੇ ਨੇ ਜਦ ਬਿਮਾਰੀ ਦੇ ਹਾਲਾਤ ਦੇ ਵਿੱਚ 9,560 ਬੰਦੇ, ਜਿਨ੍ਹਾਂ ਨੂੰ ਸਾਨੂੰ ਟਰੇਸ ਕਰਨਾ ਪਿਆ, ਭਾਲਣਾ ਪਿਆ, ਔਰ ਫਿਰ ਉਹਨਾਂ ਦੀ ਸਾਨੂੰ ਇਲਾਜ ਕਰਾਉਣਾ, ਦੇਖਣਾ ਪਿਆ ਕਿ ਇਹਨਾਂ ਨੂੰ ਕੋਵਿਡ ਤਾਂ ਨਹੀਂ ਹੋ ਰਿਹਾ, ਔਰ ਉਹਨਾਂ ਦੇ ਵਿੱਚੋਂ ਕੁਝ ਨਿਕਲੇ ਨੇ। ਹੁਣ ਅੱਜ ਦੇਖੋ, ਕੱਲ੍ਹ ਪਰਸੋਂ ਦੀ ਗੱਲ ਹੈ, 23 ਬੰਦੇ ਸੇ ਨਵੇਂ ਕੋਵਿਡ ਵਾਲੇ ਸਾਡੇ ਪੰਜਾਬ 'ਚ। ਕੱਲ੍ਹ ਰਾਤ ਜਿਹੜੇ ਅੱਜ ਖਬਰ ਮੇਰੇ ਕੋਲ ਆਈ ਹੈ ਉਹ 19 ਨੇ, ਔਰ ਅੱਜ ਦੀ ਖਬਰ ਆਊਗੀ ਕੱਲ੍ਹ ਨੂੰ, ਉਹ ਦੇਖਾਂਗੇ ਉੱਥੇ ਕੀ ਹੁੰਦਾ ਹੈ। ਲੇਕਿਨ ਹਿੰਦੁਸਤਾਨ 'ਚ ਸਭ ਤੋਂ ਘੱਟ ਹੈ, 2158 ਬੰਦਿਆਂ ਨੂੰ ਕੋਵਿਡ ਹੋਇਆ, ਔਰ ਅੱਜ 1946 ਬੰਦੇ ਅੱਜ ਅਸੀਂ ਉਹ ਇਲਾਜ ਕਰਕੇ ਵਾਪਸ ਚਲੇ ਗਏ। 402 ਹਾਲੇ ਸਾਡੇ ਇਲਾਜ ਦੇ ਵਿੱਚ ਰਹੇ ਨੇ। ਲੇਕਿਨ ਇਹ ਜਿਹੜੇ ਬੰਦੇ ਆਏ ਨੇ 23 ਪਰਸੋਂ ਔਰ 19 ਕੱਲ੍ਹ, ਇਹ ਬਾਹਰੋਂ ਨਹੀਂ ਆਏ, ਇਹ ਇੱਥੋਂ ਹੀ ਫੈਲ ਰਹੀ ਹੈ ਬਿਮਾਰੀ।
ਔਰ ਇਹ ਜਿਹੜੀ ਫੈਲ ਰਹੀ ਹੈ, ਇਹ ਮੈਨੂੰ ਖਤਰਾ ਹੈ ਇਸ ਗੱਲ ਦਾ। ਇਹ ਸਟੇਜ 3 'ਤੇ ਆ ਕੇ ਜਦ ਇਹ ਫੈਲਣ ਲੱਗ ਜਾਏ ਔਰ ਹੋਰਾਂ ਨੂੰ ਲੱਗ ਜਾਏ ਇਹ ਵੱਧ ਸਕਦੀ ਹੈ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਇਸ ਨੂੰ ਖਤਰਾ ਸਮਝ ਕੇ ਤੁਸੀਂ ਅੱਜ ਵੀ ਉਹੀ ਜੋ ਡਾਕਟਰ ਤੁਹਾਨੂੰ ਦੱਸਦੇ ਨੇ, ਆਪਣਾ ਮਾਸਕ ਪਾਓ। ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਥੇ ਲੋਕ ਕਈ ਮਾਸਕ ਨਹੀਂ ਪਾਉਂਦੇ, ਔਰ ਆਹ ਮੇਰੇ ਕੋਲ ਆંકੜੇ ਨੇ ਜਿਹੜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਨੂੰ ਸੋਸ਼ਲ ਮੀਡੀਆ 'ਤੇ ਕਈ ਲੋਕ ਪੁੱਛਦੇ ਨੇ, ਤੁਸੀਂ ਲੋਕ ਮਾਸਕ ਬਗੈਰ ਆਉਂਦੇ ਨੇ, ਤੁਸੀਂ ਕੋਈ ਕਦਮ ਨਹੀਂ ਚੱਕ ਰਹੇ। ਮੈਂ ਦੱਸਾਂ ਤੁਹਾਨੂੰ ਕਿਹੜੇ ਮਾਸਕ ਬਗੈਰ ਆਏ ਨੇ। 17 ਮਈ ਤੋਂ ਲੈ ਕੇ 28 ਮਈ ਤੱਕ 11 ਦਿਨਾਂ 'ਚ 36,820 ਬੰਦੇ ਫਾਈਨ ਹੋਏ ਨੇ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ, ਔਰ 4,032 ਬੰਦੇ ਫਾਈਨ ਹੋਏ ਨੇ ਜਿਨ੍ਹਾਂ ਨੇ ਸੜਕਾਂ ਦੇ ਵਿੱਚ ਥੁੱਕੇ। ਹੁਣ ਇਹ ਬਿਮਾਰੀ ਫੈਲਦੀ ਕੈਸੇ ਹੈ? ਇਹ ਥੁੱਕ ਤੋਂ ਫੈਲਦੀ ਹੈ। ਔਰ ਤੁਸੀਂ ਅਗਰ ਥੁੱਕੀ ਜਾਓ ਸਾਰੇ ਕਿਤੇ ਔਰ ਤੁਸੀਂ ਆਪਣੇ ਮਾਸਕ ਨਾ ਪਾਓ ਤਾਂ ਤੁਸੀਂ ਬਿਮਾਰੀ ਫੈਲਾਉਣ ਦੀ ਗੱਲਾਂ ਕਰ ਰਹੇ ਹੋ। ਔਰ ਇਹ ਇੱਥੇ ਔਰ ਇਹਨਾਂ 'ਤੇ 503 FIR ਹੋਈਆਂ ਨੇ ਤਾਂ ਕਿ ਇਸ ਨਾਲ ਇਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਬੰਦੇ ਕਾਨੂੰਨ ਤੋੜਦੇ ਨੇ ਉਹਦਾ ਫਿਰ ਕੀ ਅਸਰ ਹੁੰਦਾ ਹੈ। ਇਹ ਪਿਛਲੇ 24 ਘੰਟਿਆਂ ਦੇ ਵਿੱਚ 6,061 ਬੰਦੇ ਨੇ ਜਿਹੜੇ ਮਾਸਕ ਦੇ ਵਿੱਚ ਜਿਨ੍ਹਾਂ ਨੇ ਨਹੀਂ ਪਾਈ ਔਰ ਜਿਨ੍ਹਾਂ ਨੂੰ ਉਹਨਾਂ ਨੇ ਫਾਈਨ ਕੀਤਾ ਪੁਲਿਸ ਨੇ, ਔਰ 863 ਬੰਦੇ ਨੇ ਜਿਨ੍ਹਾਂ ਨੇ ਕੱਲ੍ਹ ਦੇ ਦਿਨ ਥੁੱਕ ਕਰਦੇ ਉਹਨਾਂ ਨੂੰ ਫੜਿਆ ਗਿਆ ਸੀ, ਔਰ ਇਹਨਾਂ 'ਤੇ 29 FIR ਹੋਈਆਂ ਨੇ। ਹੁਣ ਦੇਖ ਲਓ ਕਿ ਤੁਸੀਂ ਇਹ ਗੱਲਾਂ ਸਾਰੀਆਂ ਭੁੱਲ ਰਹੇ ਹੋ ਜੋ ਦੱਸੀਆਂ ਨੇ, ਔਰ ਇਹ ਚੀਜ਼ਾਂ ਨੇ ਜਿਹੜੀਆਂ ਇੱਥੇ ਇਸ ਬਿਮਾਰੀ ਨੂੰ ਫੈਲਾਉਂਦੀਆਂ ਨੇ। ਤਾਂ ਇਹ ਬੜੀ ਮਾੜੀ ਗੱਲ ਹੈ। ਤੁਸੀਂ ਅਗਰ ਆਪਣੇ ਪੰਜਾਬ ਨੂੰ ਬਚਾਉਣਾ ਹੈ, ਆਪਣੇ ਗੁਆਂਢ ਨੂੰ ਬਚਾਉਣਾ, ਆਪਣੇ ਪਿੰਡ ਨੂੰ ਬਚਾਉਣਾ, ਆਪਣੇ ਸ਼ਹਿਰ ਨੂੰ ਬਚਾਉਣਾ, ਤਾਂ ਆਹੀ ਤੁਹਾਨੂੰ ਕਰਨਾ ਪਊਗਾ। ਆਹ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਬਿਲਕੁਲ ਗਲਤ ਬਾਤ ਹੈ, ਔਰ ਇਹਨਾਂ ਨੂੰ ਜਿਨ੍ਹਾਂ ਨੇ ਕੀਤੀਆਂ ਨੇ ਭੁਗਤਣਾ ਪਊ। ਹਰ ਚੀਜ਼ 'ਤੇ 500 ਰੁਪਏ ਦਾ ਇੱਕ ਫਾਈਨ ਹੈ, ਤੁਹਾਨੂੰ ਪਤਾ ਹੈ। ਕੋਈ ਮਾਸਕ ਨਹੀਂ ਪਾਊਗਾ ਔਰ ਫੜਿਆ ਗਿਆ ਤਾਂ 500 ਰੁਪਏ ਦਾ ਫਾਈਨ, ਅਗਰ ਥੁੱਕਿਆ ਔਰ ਉਹ ਫੜਿਆ ਗਿਆ 500 ਰੁਪਏ ਦਾ ਫਾਈਨ। ਇਹ ਸਾਰੀਆਂ ਚੀਜ਼ਾਂ ਇਹੀ ਤਰੀਕਾ ਹੈ ਕਿ ਲੋਕ ਸਮਝਣਗੇ, ਨਹੀਂ ਤਾਂ ਕੋਈ ਸਮਝਦਾ ਹੀ ਨਹੀਂ। ਕੋਈ ਸਮਝਦੇ ਨਹੀਂ ਕਿ ਸਾਰੀ ਗੱਲ ਹੀ ਮੁੱਕ ਗਈ। ਇਹ ਗੱਲ ਨਹੀਂ ਮੁੱਕੀ, ਇਹਨੇ ਅੱਗੇ ਫੈਲਣਾ ਹੈ। ਔਰ ਇਸ ਕਰਕੇ ਮੈਂ ਇਸ ਨੂੰ ਤੁਹਾਨੂੰ ਹੁਣ ਬੇਨਤੀ ਕਰਨਾ ਚਾਹੁੰਦਾ ਕਿ ਇਹਨੂੰ ਸੀਰੀਅਸਲੀ ਬਹੁਤ ਗੰਭੀਰਤਾ ਨਾਲ ਸੋਚ ਕੇ ਇਹ ਤੁਸੀਂ ਕਦਮ ਚੱਕੋ। ਤੁਸੀਂ ਉਹਨਾਂ ਨੂੰ ਪੁੱਛੋਗੇ, ਮੈਨੂੰ ਕਈਆਂ ਨੇ ਪੁੱਛਿਆ ਕਿ ਕਦੋਂ ਤੁਸੀਂ ਇਸ ਲੋਕਡਾਊਨ ਨੂੰ ਚੱਕੋਗੇ। ਲੋਕਡਾਊਨ ਤਾਂ ਚੱਕਿਆ ਹੀ ਚੱਕਿਆ, ਕਿਉਂਕਿ 7 ਵਜੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਅਸੀਂ ਪੂਰੀ ਖੁੱਲ੍ਹ ਛੁੱਟੀ ਦੇ ਸਕਦੀ ਹੈ ਕਿ ਤੁਸੀਂ ਬਾਹਰ ਜਾ ਕੇ ਆਪਣੀ ਦੁਕਾਨਾਂ ਜਿਹੜਾ ਕੁਝ ਖਰੀਦਣਾ ਤੁਸੀਂ ਖਰੀਦੋ। ਲੇਕਿਨ ਸ਼ਾਮ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਉਹ ਗਵਰਨਮੈਂਟ ਆਫ ਇੰਡੀਆ ਦੀ ਕਰਫਿਊ ਹੈ। ਹੁਣ ਗਵਰਨਮੈਂਟ ਆਫ ਇੰਡੀਆ ਕੀ ਦੱਸਦੇ ਨੇ ਉਹ ਦੇਖਾਂਗੇ 31 ਤਰੀਕ ਨੂੰ। 31 ਤਰੀਕ ਨੂੰ ਪ੍ਰਾਈਮ ਮਿਨਿਸਟਰ ਜ਼ਰੂਰ ਕੁਛ ਨਾ ਕੁਛ ਐਲਾਨ ਕਰਨਗੇ, ਕਿਉਂਕਿ ਉਹਨਾਂ ਦਾ ਲੋਕਡਾਊਨ 31 ਤਰੀਕ ਤੱਕ ਹੈ ਕਰਫਿਊ। ਹੁਣ ਤਾਂ ਹੀ ਸੁਧਰਿਆ ਕੰਮ, ਔਰ ਮੈਂ ਨਹੀਂ ਚਾਹੁੰਦਾ ਕਿ ਇੱਕ ਆਊਟ ਆਫ ਕੰਟਰੋਲ ਚਲਾ ਜਾਏ। ਬੰਬਈ ਦੇ ਵਿੱਚ ਦੇਖਿਆ ਤੁਸੀਂ, ਲੱਖਾਂ ਦੇ ਬੰਦੇ ਉੱਥੇ ਹੋਏ ਨੇ। ਅਮਰੀਕਾ 1 ਲੱਖ ਤਾਂ ਮਰ ਗਏ ਉੱਥੇ, ਔਰ ਪਤਾ ਨਹੀਂ 17 ਲੱਖ ਨੇ ਜਿਹੜੇ ਇਸ ਵੇਲੇ ਕੋਵਿਡ ਦੇ ਨਾਲ ਨੇ। UK ਦੇਖੋ 34,000 ਮਰ ਗਏ, ਔਰ ਪਤਾ ਨਹੀਂ ਕਿੰਨੇ ਲੱਖਾਂ 'ਚ ਉੱਥੇ ਜਰਮਨੀ ਦੇ ਵਿੱਚ, ਸਵਿਟਜ਼ਰਲੈਂਡ ਵਿੱਚ, ਸਾਰੇ ਮੁਲਕਾਂ ਦੇ ਵਿੱਚ ਇਹੀ ਹੋ ਰਿਹਾ। ਤਾਂ ਅਸੀਂ ਆਪਣੇ ਪੰਜਾਬ ਨੂੰ ਬਚਾਇਆ ਹੋਇਆ, ਔਰ ਹੁਣ ਇਹੋ ਜਿਹੀ ਗੱਲ ਨਾ ਆਪਾਂ ਕੋਈ ਕਰਦੀ ਜਿਹਦੇ ਨਾਲ ਬਿਲਕੁਲ ਆਪਾਂ ਹੋਰ ਨੁਕਸਾਨ ਕਰਾ ਲਈਏ ਆਪਣਾ। ਤਾਂ ਮੇਰੀ ਇਹੀ ਬੇਨਤੀ ਤੁਹਾਨੂੰ ਕੋਵਿਡ ਵਿੱਚ ਕੁਛ ਹੁਣ ਤੁਹਾਡੇ ਸਵਾਲ ਆਏ ਨੇ, ਉਹ ਸਵਾਲ ਮੈਂ ਹੁਣ ਤੁਹਾਡੇ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਪਹਿਲਾ ਸਵਾਲ ਤਾਂ ਇਹ ਕੀ ਤੁਸੀਂ ਕਰ ਸਕੋਗੇ, ਉਹਨਾਂ ਨੇ ਕਿਸੇ ਨੇ ਪੁੱਛਿਆ ਦੀਪਾਂਸ਼ੂ ਜੀ ਨੇ, ਕਿ ਆਪਣੀਆਂ ਨੌਕਰੀਆਂ ਆਪਾਂ ਪੰਜਾਬ 'ਚ ਵਧਾ ਸਕੀਏ। ਦੇਖੋ ਵੀਰੋ, ਨੌਕਰੀਆਂ ਬਣਦੀਆਂ ਨੇ ਕੈਸੇ? ਸਰਕਾਰੀ ਨੌਕਰੀਆਂ ਹੁੰਦੀਆਂ ਨੇ ਪਰ ਉਹ ਤਾਂ ਛੋਟੀਆਂ ਹੀ ਹੁੰਦੀਆਂ ਨੇ। ਜਿੰਨੇ ਰਿਟਾਇਰ ਹੁੰਦੇ ਨੇ ਉਹਨੇ ਨਵੇਂ ਬੰਦੇ ਆ ਜਾਂਦੇ ਨੇ, ਕੋਈ ਨਵੀਂ ਕੋਈ ਚੀਜ਼ ਲੱਗ ਜਾਂਦੀ ਹੈ, ਉਹਦੇ ਥੋੜ੍ਹੇ ਜਿਹੇ ਹੋਰ ਲੱਗ ਜਾਂਦੇ ਨੇ। ਇੰਡਸਟਰੀ ਦੇ ਵਿੱਚ ਹੁਣ ਖੁਸ਼ੀ ਦੀ ਇਹ ਗੱਲ ਹੈ ਕਿ ਪਹਿਲਾਂ ਜਿੱਥੇ 2% ਸੀ, ਔਰ ਸਿਰਫ 2% ਸਾਡੀ 2,56,000 ਦੇ ਵਿੱਚੋਂ ਇੰਡਸਟਰੀ ਚੱਲ ਰਹੀ ਸੀ। ਉਹ ਗੋਬਿੰਦਗੜ੍ਹ ਥੋੜ੍ਹੀ ਬਹੁਤੀ ਔਰ ਥੋੜ੍ਹੀ ਫਾਰਮਾਸਿਊਟੀਕਲ ਇੰਡਸਟਰੀ ਚੱਲ ਰਹੀ ਸੀ। ਹੁਣ ਕੁਝ ਦਿਨਾਂ 'ਚ ਜਦ ਤੋਂ ਇਹ ਖੋਲ੍ਹਿਆ ਸੈਂਟਰ ਨੇ, ਉਦੋਂ ਤੋਂ 85% ਦੀ ਸਾਡੀ ਇੰਡਸਟਰੀ ਹੁਣ ਚੱਲ ਪਈ ਹੈ, ਔਰ ਸਾਡੇ ਲੇਬਰ ਵੀ ਉੱਥੇ ਹੈ। ਤੁਸੀਂ ਨੌਕਰੀਆਂ ਦੀ ਗੱਲ ਕੀਤੀ, 65% ਸਾਡੀ ਲੇਬਰ ਇਸ ਵੇਲੇ ਸਾਡੇ ਉਹ ਫੈਕਟਰੀਆਂ ਦੇ ਵਿੱਚ ਕੰਮ ਕਰ ਰਹੀ ਹੈ। ਸੋ ਇਹ ਲੇਬਰ ਦਾ ਤਾਂ ਆਹੀ ਤਰੀਕਾ ਹੈ। ਹੁਣ ਝੋਨੇ ਦੀ ਬਜਾਈ ਸ਼ੁਰੂ ਹੋਣੀ ਆ, ਉੱਥੇ ਵੀ ਲੇਬਰ ਲੱਗੂ।
फिर बाढ़ी होनी है उत्थे भी लगू, फिर कणक की बजाई हो उत्थे भी लगू। तो सारियां एक कोई खेतीबाड़ी नाल संबंधित ने, कोई फैक्ट्रियां दे नाल संबंधित ने, कोई होर नौकरियां ने जिहड़ियां लोग अपनियां करदे ने, कोई कंस्ट्रक्शन इंडस्ट्री विच है, कोई किते है। फिर तुसीं मैनूं पुछिआ IT इंडस्ट्री, मल्टीनैशनल IT कंपनीज तुसीं पंजाब दे विच लिआओ। ये तो पहलां ही असीं लिआए होए हैं। मोहाली अगर तुसीं जाके देखो, ਜਦੋਂ मेरी पहली सरकार सी असीं ਇੰਨੀਆਂ ਉੱਥੋਂ ਲਿਆਈਏ। कॉर्क लगी सी, ਜਿਹੜੇ ਤੁਸੀਂ ਵੱਡੇ ਵੱਡੇ ਨਾਮ ਜਾਣਦੇ ਹੋ ਸਾਰੇ ਇੱਥੇ ਆਏ ਹੋਏ ਸੀ। कि कुछ रुक गया काम, कुछ बदल गया काम। ਹੁਣ IT इंडस्ट्री भी एडवांस कर रही है, कुछ किसी तरीके नाल चल रही है, कोई किसी तरीके नाल चल रही है। तो हाले भी चल रही ने, ਇੱਥੇ ਕਈ ਉਰੇ ਆਈਆਂ ਨੇ। ਵਾਧਾ ਉਹਨਾਂ 'ਚ ਆਉਣਾ ਹੁਣ, ਅਗਰ ਹਾਲਾਤ ਸੁਧਰਨਗੇ ਤਾਂ ਫਿਰ ਵਾਧਾ ਉਹਨਾਂ ਦੇ ਵਿੱਚ ਉਦੋਂ ਆਊਗਾ। ਇਹ ਜਸਟਿਸ ਸਿੱਧੂ ਸਾਹਿਬ ਨੇ ਤੇ ਗੌਰਵ ਕੁਮਾਰ ਜੀ ਨੇ ਫਾਜ਼ਿਲਕਾ ਤੋਂ ਪੁੱਛਿਆ ਮੈਨੂੰ। ਔਰ ਫਿਰ ਮੈਨੂੰ ਰੁਚਿਕਾ ਜੀ ਨੇ ਮੈਨੂੰ ਇਹ ਪੁੱਛਿਆ, ਤੁਹਾਨੂੰ 2% ਸਾਡੀ ਜਿਹੜੀ GSTP ਹੈ 6 ਲੱਖ ਕਰੋੜ, ਉਹਨਾਂ ਦੇ ਵਿੱਚੋਂ ਸਾਨੂੰ 3% ਦਾ ਲੋਨ ਲੈਣ ਵਾਸਤੇ ਇਜਾਜ਼ਤ ਹੈ। ਉਹ ਅਸੀਂ 2% ਹੋਰ ਮੰਗੀ ਸੀ ਕਿ 3% ਤੋਂ ਤੁਸੀਂ 5% ਕਰ ਦਿਓ ਕਿ ਅਸੀਂ ਲੈ ਸਕੀਏ। ਔਰ ਉਹ ਇਜਾਜ਼ਤ ਉਹਨਾਂ ਨੇ ਦੇ ਦਿੱਤੀ ਹੈ ਸਾਨੂੰ। ਲੇਕਿਨ ਉਹਦੇ 'ਤੇ ਇਹਨਾਂ ਨੇ ਕੰਡੀਸ਼ਨ ਲਗਾ ਦਿੱਤੇ। ਹੁਣ ਇਹ ਕੰਡੀਸ਼ਨ ਨਹੀਂ ਲੱਗ ਸਕਦੇ। ਇਹ ਫੈਡਰਲ ਸਟਰਕਚਰ ਹੈ। ਸਾਡਾ ਆਰਥਿਕਤਾ ਸਾਡੇ ਆਪਣੇ ਹੱਥਾਂ ਦੇ ਵਿੱਚ ਹੈ, ਸਾਡੇ ਹੱਥਾਂ ਦੇ ਵਿੱਚ। फाइनैंशियल ਜਿਹੜੇ इंस्टीट्यूशनस ਨੇ कैसे ਚੱਲਦੀਆਂ ਨੇ ਉਹ ਸਾਡਾ ਕੰਮ ਹੈ। ਫਾਈਨੈਂਸ कैसे ਚੱਲਦੇ ਨੇ ਕਿਸੇ ਮਹਿਕਮੇ ਦੇ ਉਹ ਸਾਡਾ ਕੰਮ ਹੈ। ਔਰ ਤੁਸੀਂ ਨਹੀਂ ਲਗਾ ਸਕਦੇ ਇਹਦੇ 'ਤੇ ਕਿ ਤੁਸੀਂ ਉਹਦੇ 'ਤੇ ਲਗਾ ਦਿਓ ਕਿ ਜਿਹੜਾ ਅਗਰ ਤੁਸੀਂ ਇਹ 0.5% ਲੈਣਾ ਤਾਂ ਇਹ ਕਰਨਾ ਪਊ ਜਾਂ 1% ਲੈਣਾ ਤਾਂ ਇਹ ਕਰਨਾ ਪਊ। ਤੁਹਾਡੇ ਹੱਥ 'ਚ ਨਹੀਂ, ਅਸੀਂ ਨਹੀਂ ਇਸ ਗੱਲ ਨੂੰ ਮੰਨਦੇ। ਐਂਡ ਇਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਇਸ ਨੂੰ ਅਮੈਂਡ ਕਰਨਾ ਪਊਗਾ ਕਿ ਅਨਕੰਡੀਸ਼ਨਲ ਇਹ ਸਾਨੂੰ ਇਹ ਪੈਸੇ ਦੇਣੇ ਪੈਣਗੇ ਉਹਨਾਂ ਨੂੰ, ਜਿਹਦੇ ਨਾਲ ਅਸੀਂ ਆਪਣੇ ਪੰਜਾਬ ਨੂੰ, ਸਾਨੂੰ ਪਤਾ ਹੈ ਕਿ ਸਾਡੇ ਕਿਹੜੇ ਮਹਿਕਮੇ ਦੇ ਵਿੱਚ ਸਾਨੂੰ ਕੀ ਕੁਛ ਲੋੜ ਹੈ। ਔਰ ਸਾਡਾ ਪੈਸਾ ਅਸੀਂ ਉਧਾਰ ਲੈ ਰਹੇ ਹਾਂ ਔਰ ਅਸੀਂ ਮੋੜਨਾ ਹੈ। ਔਰ ਤੁਸੀਂ ਸਾਨੂੰ ਦੱਸੋ ਕਿ ਕੈਸੇ ਕਰੋ। ਇਹ ਕੈਸੇ ਚੱਲ ਸਕਦਾ ਕੰਮ? ਇਹੀ ਸਾਡੀ ਪ੍ਰੋਬਲਮ ਅੱਜ ਤੋਂ ਨਹੀਂ, ਜਦ ਝਗੜਾ ਵੀ ਪੰਜਾਬ ਦੇ ਵਿੱਚ ਇੱਕ ਵਾਰ ਹੋਇਆ ਸੀ ਕਈ ਸਾਲ 1970-80 ਦੇ ਵਿੱਚ, ਇੱਕ ਜਿਹੜੀ ਮੰਗ ਸੀ ਆਈ ਸੀ ਫੈਡਰਲ ਸਟਰਕਚਰ ਦੀ, ਜਿਹੜੀ ਕਿ ਤੁਸੀਂ ਸਾਡੇ ਤੋਂ ਸਾਰੀਆਂ ਤਾਕਤਾਂ ਖਿੱਚ ਰਹੇ ਹੋ। ਇਹ ਬਿਲਕੁਲ ਗਲਤ ਬਾਤ ਹੈ। ਅਸੀਂ ਸਟੇਟ ਹੈ, ਅਸੀਂ ਚਲਾਉਂਦੇ ਹਾਂ, ਲੋਕਾਂ ਨੂੰ ਅਸੀਂ ਚਲਾਉਂਦੇ ਹਾਂ। ਔਰ ਇਹ ਅਸੀਂ ਸਾਰੇ ਸਟੇਟ ਰਲ ਕੇ ਇੱਕ ਮੁਲਕ ਬਣਾਉਂਦੇ ਨੇ। ਪਰ ਸਾਡੀ ਜਿਹੜੀ ਆਰਥਿਕਤਾ ਹੈ ਔਰ ਸਾਡੀ ਸੰਭਾਲ ਹੈ ਉਹ ਸਾਡੇ ਕੋਲ ਹੋਣੀ ਚਾਹੀਦੀ ਹੈ। ਸਾਨੂੰ ਨਹੀਂ ਕਹਿ ਸਕਦਾ ਕੋਈ ਕਿ ਤੁਸੀਂ ਆਹ ਚੀਜ਼ ਕਰੋ ਜਾਂ ਉਹ ਚੀਜ਼ ਕਰੋ ਜਾਂ ਉਹਦੇ 'ਤੇ ਤੁਸੀਂ ਅਸੀਂ ਇਹ ਕੰਡੀਸ਼ਨ ਲਾਵਾਂਗੇ ਜਾਂ ਉਹ ਕੰਡੀਸ਼ਨ ਲਾਵਾਂਗੇ। ਅਸੀਂ ਇਹਦੇ ਨਾਲ ਸਹਿਮਤ ਨਹੀਂ ਔਰ ਇਹ ਨਹੀਂ ਹੋਏਗਾ ਸਾਡੇ ਵਾਸਤੇ। ਫਿਰ ਤੁਸੀਂ ਪੁੱਛਿਆ ਸੀ ਕਿ ਹੁਣ लॉकडाउन 5 ਦਾ ਕੀ ਹੋਏਗਾ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਲੋਕਡਾਊਨ ਹੈ ਨਾ, ਅੱਧਾ ਸਵੇਰ ਤੋਂ 7 ਵਜੇ ਤੱਕ, ਸ਼ਾਮ ਦੇ 7 ਵਜੇ ਤੱਕ ਅਸੀਂ ਖੋਲ੍ਹ ਦਿੱਤੀ ਸਭ ਕੁਝ ਕਿ ਆਪਣੇ ਫੈਕਟਰੀਆਂ ਵੀ ਚੱਲਣ, ਕਮਰਸ ਵੀ ਚੱਲੇ, ਆਪਣੇ ਕੰਮਾਂ 'ਚ ਤੁਸੀਂ ਜਾਓ। ਸ਼ਾਮ ਦਾ 7 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਉਹ ਗਵਰਨਮੈਂਟ ਆਫ ਇੰਡੀਆ ਦਾ ਕਰਫਿਊ ਲੱਗਿਆ ਹੋਇਆ ਹੈ। ਉਹ ਹੁਣ ਗਵਰਨਮੈਂਟ ਆਫ ਇੰਡੀਆ ਕੀ ਕਰਦੀ ਹੈ 31 ਤਰੀਕ ਨੂੰ ਉਹ ਸਾਨੂੰ ਦੱਸਣਗੇ। ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਰਾਹਤ ਦਿੱਤੀ ਜਾਵੇ ਲੋਕਾਂ ਨੂੰ ਔਰ ਉਹ ਤੁਹਾਨੂੰ ਦੱਸਾਂਗੇ ਕਿ ਕੀ ਹੈ। ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਇਹ ਫੈਸਲਾ ਕਰੀਏ, ਮੈਂ ਅੱਜ ਆਪਣੇ ਸਲਾਹਕਾਰਾਂ ਨੂੰ ਸਾਰਿਆਂ ਨੂੰ ਸੱਦ ਕੇ ਇਸ ਦੇ ਬਾਰੇ ਗੱਲ ਕੀਤੀ ਸੀ, ਕੋਵਿਡ ਬਾਰੇ। ਡਾਕਟਰ ਸਾਹਿਬ ਨੇ ਸਾਰੇ ਜਿਹੜੀ ਅਸੀਂ ਕਮੇਟੀ ਬਣਾਈ ਹੈ ਇਸ ਵਾਸਤੇ। ਔਰ ਹੁਣ ਅਸੀਂ ਵੇਟ ਕਰ ਰਹੇ ਹਾਂ ਦੇਖਣ ਨੂੰ ਕਿ ਐਲਾਨ ਕਰਨ ਤੋਂ ਪਹਿਲਾਂ ਕਿ ਸੈਂਟਰ ਦੀ ਗਵਰਨਮੈਂਟ ਕੀ ਦੱਸਦੀ ਹੈ। ਉਹ 31 ਤਾਈਂ ਉਹਨਾਂ ਦਾ ਲੋਕਡਾਊਨ ਸੀ, 31 ਤਾਈਂ ਮੇਰਾ ਖਿਆਲ ਪ੍ਰਧਾਨ ਮੰਤਰੀ ਜੀ ਆਪਣਾ ਐਲਾਨ ਕਰਨਗੇ। ਸੈਮ ਨੇ ਮੈਨੂੰ ਪੁੱਛਿਆ ਕਿ ਲੋਕਡਾਊਨ ਅਗਰ ਕੰਟੀਨਿਊ ਕਰੇਗੀ, ਰਿਸਟ੍ਰਿਕਸ਼ਨਸ ਘੱਟ ਹੋਣਗੀਆਂ ਜਾਂ ਨਹੀਂ। ਜ਼ਰੂਰ ਘੱਟ ਕਰਾਂਗੇ। ਇਹ ਤਾਂ ਅਸੀਂ ਜੈਸੇ ਮੈਂ ਤੁਹਾਨੂੰ ਕਿਹਾ ਕਿ ਡਾਕਟਰ ਅੰਤ ਵਿੱਚ ਦਾ ਫੈਸਲਾ ਗਵਰਨਮੈਂਟ ਆਫ ਇੰਡੀਆ ਔਰ ਅਸੀਂ ਰਲ ਕੇ ਕਰਾਂਗੇ ਇਸ ਗੱਲ 'ਤੇ ਕਿ ਕੀ ਕਰਨਾ ਕੀ ਨਹੀਂ ਕਰਨਾ। ਲੇਕਿਨ ਅੱਜ ਸਾਰੀ ਦੁਨੀਆ ਜਾ ਰਹੀ ਹੈ ਲੋਕਡਾਊਨ ਨੂੰ ਘਟਾਉਣ ਵਾਸਤੇ, ਕਿਉਂਕਿ ਅਸੀਂ ਆਰਥਿਕਤਾ ਆਪਣੇ ਮੁਲਕ ਦੀ ਔਰ ਆਪਣੇ ਸੂਬਿਆਂ ਦੀ ਕਾਇਮ ਰੱਖਣੀ ਹੈ। ਔਰ ਇਸ ਲਈ ਸਾਨੂੰ ਕੋਈ ਲੋਕਡਾਊਨ ਦੇ ਵਿੱਚ ਕੋਈ ਜਿਹੜਾ ਕੁਛ ਵੀ ਅਸੀਂ ਕਰ ਸਕਦੇ ਹਾਂ ਉਹ ਅਸੀਂ ਤੁਹਾਡੇ ਫਾਇਦੇ ਵਾਸਤੇ ਅਸੀਂ ਕਰਾਂਗੇ ਇਸ ਨੂੰ। ਕੇਸ ਤੁਸੀਂ ਕਹੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਡਾਕਟਰ ਕਹਿ ਰਹੇ ਨੇ, ਇਹ ਵਰੁਣ ਨੇ ਅੰਮ੍ਰਿਤਸਰ ਤੋਂ, ਕਿ ਇਹ ਕਮਿਊਨਿਟੀ ਸਪਰੈਡ ਹੋ ਰਹੀ ਹੈ। ਇਹੀ ਮੈਂ ਹੁਣੀ ਗੱਲ ਕਰਕੇ ਹਟਿਆ ਔਰ ਮੈਂ ਤੁਹਾਨੂੰ ਆਪਣੇ ਅੰਮ੍ਰਿਤਸਰ ਦਾ ਹੀ ਦੱਸ ਦਿੰਦਾ ਹੈ ਤੁਹਾਡੇ ਆંકੜੇ ਕੀ ਨੇ। ਆ ਲਓ, ਤੁਹਾਡੇ ਅੰਮ੍ਰਿਤਸਰ ਦੇ ਵਿੱਚ ਕੱਲ੍ਹ ਦੇ ਦਿਨ 7 ਕੇਸ ਨਵੇਂ ਆਏ ਨੇ। ਉਹ 7 ਕੇਸ ਇੱਕ ਨਵਾਂ ਕੇਸ ਹੈ ਜਿਹੜਾ ਕਿਤੋਂ ਬਾਹਰੋਂ ਆਇਆ ਔਰ 6 ਕਹੇ ਜਿਹੇ ਕੇਸ ਨੇ ਜੋ ਕੰਟੈਕਟ ਕੇਸ ਨੇ ਇੱਕ ਦੂਜੇ ਨੂੰ ਮਿਲ ਕੇ।
ਸੋ ਜੋ ਤੁਹਾਨੂੰ ਡਾਕਟਰ ਅੰਮ੍ਰਿਤਸਰ ਦੇ ਵਿੱਚ ਕਹਿ ਰਹੇ ਨੇ ਸਹੀ ਕਹਿ ਰਹੇ ਨੇ। ਇਹ ਹੁਣ ਆਪਸ 'ਚ ਫੈਲ ਰਹੀ ਹੈ ਗੱਲ, ਆਪਣੇ ਸ਼ਹਿਰਾਂ ਦੇ ਵਿੱਚ, ਆਪਣੇ ਮੁਹੱਲਿਆਂ ਦੇ ਵਿੱਚ, ਜਿੱਥੇ ਵੀ ਹੈ, ਔਰ ਇਹ ਖਤਰਨਾਕ ਚੀਜ਼ ਹੈ। ਔਰ ਇਸ ਦਾ ਤਾਂ ਹੀ ਅਸੀਂ ਇਸ ਨੂੰ ਫੈਸਲਾ ਕਰਨ ਵੇਲੇ ਅਸੀਂ ਇਹਦਾ ਧਿਆਨ ਜ਼ਰੂਰ ਕਰਾਂਗੇ ਇਸ ਗੱਲ ਨੂੰ। ਔਰ ਤੁਸੀਂ ਇਹ ਫਿਰ ਪੁੱਛਿਆ ਕਿ ਜੋਗਾ ਸਿੰਘ ਚੌਹਾਨ ਨੇ ਕਿ ਪ੍ਰਾਈਵੇਟ ਬੱਸਾਂ ਪਿੰਡਾਂ ਵਿੱਚ ਕਦੋਂ ਚੱਲਣਗੀਆਂ। ਸਾਡੇ ਵੱਲੋਂ ਕੋਈ ਰੁਕਾਵਟ ਨਹੀਂ। ਅਗਰ ਪ੍ਰਾਈਵੇਟ ਬੱਸਾਂ ਨਹੀਂ ਚੱਲਦੀਆਂ, ਉਹਨਾਂ ਦੀ ਆਪਣੀ ਸੋਚ ਹੋਣੀ ਹੈ। ਪੰਜਾਬ ਸਰਕਾਰ ਨੇ ਤਾਂ ਖੁੱਲ੍ਹ ਕਰ ਦਿੱਤੀ ਹੈ ਕਿ ਤੁਸੀਂ ਜਿਹੜੀ ਬੱਸਾਂ ਨੇ ਚੱਲਣਾ, ਜਿਹੜੀ ਬੱਸਾਂ ਕੰਪਨੀਆਂ ਨੇ ਚੱਲਣੀਆਂ, ਉਹ ਚਲਾਉਣ। ਜਿਹੜੇ ਲੋਕ ਆ ਰਹੇ ਨੇ ਬਾਹਰੋਂ, ਉਹਨਾਂ ਨੂੰ ਸਾਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਕਈਆਂ ਦਾ ਜਿਨ੍ਹਾਂ ਦਾ ਕੋਈ ਸਿੰਪਟਮ ਨਹੀਂ, ਜਿੱਥੇ ਕੋਈ ਇਹੋ ਜਿਹੀ ਲੱਗਦੀ ਨਹੀਂ ਕਿ ਇਹਨਾਂ ਨੂੰ ਕੁਛ ਹੈ, ਕੋਈ ਬਿਮਾਰੀ, ਉਹਨਾਂ ਨੂੰ ਅਸੀਂ ਘਰ ਭੇਜਦੇ ਹਾਂ ਔਰ ਉੱਥੇ ਘਰ ਦੇ ਵਿੱਚ ਕੁਆਰੰਟੀਨ ਕਰਵਾ ਰਹੇ ਹਾਂ। ਉਹ ਕੁਆਰੰਟੀਨ 14 ਦਿਨ ਦੀ ਰਹਿੰਦੀ ਹੈ। ਕੁਆਰੰਟੀਨ ਦਾ ਮਤਲਬ ਉੱਥੇ ਬੰਦ ਆਪਣੇ ਘਰਾਂ 'ਚ ਉਹਨਾਂ ਨੂੰ ਰਹਿਣਾ ਪਊ। ਬਾਹਰ ਇੱਕ ਨੋਟਿਸ ਲੱਗ ਜੂ ਕਿ ਘਰ ਕੁਆਰੰਟੀਨ ਦੇ ਵਿੱਚ ਹੈ, ਔਰ ਮੈਡੀਕਲ ਐਡਵਾਈਸ ਦੇ ਅਧੀਨ, ਮੈਡੀਕਲ ਸੰਭਾਲ ਦੇ ਅਧੀਨ ਇਹ ਰਹਿਣਗੇ ਜਦੋਂ ਤਾਈਂ ਡਾਕਟਰ ਕਹਿਣਗੇ ਤੁਸੀਂ ਠੀਕ ਹੋ, ਹੁਣ ਤੁਸੀਂ ਬਾਹਰ ਜਾ ਸਕਦੇ ਹੋ। ਸੋ ਇਹ ਜਿੱਥੇ ਵੀ ਹੋਏਗਾ ਇਹੋ ਜਿਹੀ ਗੱਲ, ਅਗਰ ਤੁਹਾਨੂੰ ਕਿਸੇ ਨੂੰ ਪਤਾ ਲੱਗਦਾ ਹੈ ਕਿ ਕੋਈ ਆ ਰਿਹਾ ਹੈ ਔਰ ਬਗੈਰ ਗਵਰਨਮੈਂਟ ਨੂੰ ਦੱਸੇ ਜਾਂ ਬਗੈਰ ਸਾਡੇ DC ਨੂੰ ਜਾਂ SDM ਨੂੰ, ਜੋ ਵੀ ਸਾਡੇ ਅਫਸਰ ਉੱਥੇ ਲੱਗੇ ਹੋਏ ਉਹਨਾਂ ਨੂੰ ਦੱਸੇ, ਉਹ ਆ ਕੇ ਘਰ 'ਚ ਰਹਿ ਰਿਹਾ, ਜ਼ਰੂਰ ਇਹ ਗੱਲ ਉਹਨਾਂ ਨੂੰ ਪਹੁੰਚਾ ਦਿਓ। ਕਿਉਂਕਿ ਤੁਹਾਡੀ ਆਪਣੀ ਸੰਭਾਲ ਇਸ ਗੱਲ 'ਚ ਹੈ ਕਿ ਤੁਸੀਂ ਦੱਸ ਦਿਓ ਕਿ ਜੀ ਫਲਾਣਾ ਬੰਦਾ ਆਇਆ, ਉਹਨੇ ਆਪਣੇ ਕਿਸੇ ਕੋਲ ਗਿਆ ਨਹੀਂ, ਸਿੱਧੇ ਆਪਣੇ ਘਰ 'ਚ ਗਿਆ, ਦੱਸੋ। ਫਿਰ ਸਾਨੂੰ ਇਹ ਚੈੱਕ ਕਰਾਉਣਾ ਸਾਡੇ ਵਾਸਤੇ ਜ਼ਰੂਰੀ ਪਊਗਾ ਤਾਂ ਕਿ ਅਸੀਂ ਇਸ ਬਿਮਾਰੀ ਨੂੰ ਕੰਟਰੋਲ ਕਰ ਸਕੀਏ ਉੱਥੇ। ਦੇਖੋ, ਟੈਸਟਾਂ ਦੀ ਗੱਲ ਇਹ ਹੈ, ਤੁਸੀਂ ਕਿਹਾ ਸੀ ਮੈਨੂੰ ਕਿ ਜਿਹੜੇ ਕਿੱਟ ਆਉਂਦੇ ਨੇ ਕਰੋਨਾ ਦੇ, ਇਹ ਕਿੱਟ ਆ ਗਏ ਸੀ। ਪਹਿਲਾਂ ਚਾਈਨਾ ਤੋਂ ਮੰਗਵਾਏ ਸੀ ਅਸੀਂ, ਫਿਰ ਮੇਰਾ ਖਿਆਲ ਸਾਊਥ ਕੋਰੀਆ ਤੋਂ ਮੰਗਵਾਏ ਸੀ, ਲੇਕਿਨ ਇਹਦੇ ਨਾਲ ਪਤਾ ਨਹੀਂ ਲੱਗ ਰਿਹਾ। ਕਿਤੇ ਕਿੱਟ ਦੇ ਵਿੱਚ ਉਹ ਬੰਦਾ ਕੋਈ ਕਰੋਨਾ ਨਜ਼ਰ ਆਉਂਦੀ ਹੈ, ਕਿਤੇ ਨਹੀਂ ਆਉਂਦੀ, ਤਾਂ ਇਹ ਕੋਈ ਠੀਕ ਨਹੀਂ ਸੀ। ਤਾਂ ਆਪਣੀ ਗਵਰਨਮੈਂਟ ਨੇ, ਹਿੰਦੁਸਤਾਨ ਦੀ ਗਵਰਨਮੈਂਟ ਨੇ ਇਹ ਕਿੱਟ ਵਾਪਸ ਕਰ ਦਿੱਤੇ ਨੇ ਔਰ ਹੁਣ ਕਰੋਨਾ ਟੈਸਟਿੰਗ ਹੀ ਡਾਇਰੈਕਟ ਹੁੰਦੀ ਹੈ। ਉਹਦੇ ਵਾਸਤੇ ਪੰਜਾਬ 'ਚ ਪਹਿਲਾਂ ਸਾਡੇ ਕੋਲ ਬਹੁਤ ਘੱਟ ਸੀ, 700 ਦੇ ਕਰੀਬ ਹੁੰਦੇ ਸੀ, ਫਿਰ 2500 'ਤੇ ਪਹੁੰਚ ਗਏ ਔਰ ਹੁਣ ਅਸੀਂ 6-7 ਟੈਸਟ ਡੇਲੀ ਅਸੀਂ ਕਰ ਰਹੇ ਹਾਂ। ਮਸ਼ੀਨਾਂ ਨਵੇਂ ਮੰਗਾਈਆਂ ਨੇ ਔਰ ਡਾਇਰੈਕਟ ਕਰੋਨਾ ਦਾ ਟੈਸਟ ਇੱਥੇ ਹੋ ਰਿਹਾ। ਤਾਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਤੁਹਾਨੂੰ 24 ਘੰਟੇ 'ਚ ਪਤਾ ਲੱਗ ਜੂ ਕਿਸੇ ਨੂੰ ਕਰੋਨਾ ਹੈ ਜਾਂ ਨਹੀਂ ਹੈ। ਉਹ ਜਿਹੜਾ ਟੈਸਟ ਹੁੰਦਾ ਸੀ ਉਹ ਕਰੋਨਾ ਟੈਸਟ ਨਹੀਂ ਸੀ, ਉਹ ਐਂਟੀਬਾਡੀਜ਼ ਟੈਸਟ ਹੁੰਦਾ ਸੀ, ਇੱਕ ਹੋਰ ਕਿਸਮ ਦਾ ਟੈਸਟ। ਉਹ ਨਹੀਂ ਠੀਕ ਚੱਲਿਆ ਤਾਂ ਸਾਨੂੰ ਇਹ ਕਰਨਾ ਪਿਆ ਹੁਣ। ਇਹ ਸੰਦੀਪ ਜੀ ਲੁਧਿਆਣੇ ਤੋਂ, ਉਹਨਾਂ ਨੇ ਸਵਾਲ ਕੀਤਾ ਮੈਨੂੰ। ਤੁਸੀਂ ਫਿਰ ਕਈ ਮੈਨੂੰ ਦੁਬਈ ਤੋਂ ਇੱਕ ਕਮਲਜੀਤ ਸਿੰਘ ਜੀ ਨੇ ਲਿਖਿਆ, ਚੰਡੀਗੜ੍ਹ ਅਸੀਂ ਆਉਣਾ ਚਾਹੁੰਦੇ ਹਾਂ, ਕੋਈ ਫਲਾਈਟਾਂ ਨਹੀਂ। ਦੇਖੋ, ਫਲਾਈਟਾਂ ਆਹਿਸਤਾ ਸਾਰੀ ਸ਼ੁਰੂ ਹੋ ਰਹੀਆਂ ਨੇ ਔਰ ਉਹਦੇ ਵਿੱਚ ਡੇਲੀ 3 ਫਲਾਈਟਾਂ ਦੁਬਈ 'ਚੋਂ ਆ ਰਹੀਆਂ ਨੇ ਲੋਕਾਂ ਨੂੰ ਲੈ ਕੇ। ਤੁਹਾਡਾ ਤਰੀਕਾ ਇੱਕੋ ਹੀ ਹੈ, ਅਸੀਂ ਵੀ ਇਤਲਾਹ ਕਰ ਦਾਂਗੇ, ਲੇਕਿਨ ਕੌਂਸੂਲੇਟ ਜੋ ਹੈ ਸਾਡਾ ਹਿੰਦੁਸਤਾਨ ਦਾ ਉੱਥੇ ਦੁਬਈ ਦੇ ਵਿੱਚ, ਉੱਥੇ ਜਾ ਕੇ ਤੁਸੀਂ ਆਪਣਾ ਨਾਮ ਨੋਟ ਕਰਾਓ ਔਰ ਦੱਸੋ ਕਿ ਤੁਸੀਂ ਚੰਡੀਗੜ੍ਹ ਪਹੁੰਚਣਾ, ਔਰ ਜਦੋਂ ਫਲਾਈਟ ਦੇ ਵਿੱਚ ਉਹਨਾਂ ਨੂੰ ਜਗ੍ਹਾ ਹੋਏਗੀ ਤੁਹਾਨੂੰ ਉੱਥੋਂ ਭੇਜਣਗੇ। ਨਾਰਮਲ ਫਲਾਈਟਾਂ ਹਾਲੇ ਨਹੀਂ ਚੱਲੀਆਂ, ਇਹ ਸਿਰਫ ਜੋ ਆਪਣੇ ਲੋਕ ਉੱਥੇ ਫਸੇ ਹੋਏ ਨੇ ਉਹਨਾਂ ਵਾਸਤੇ ਫਲਾਈਟ ਹੈ। ਤਾਂ ਇਹ ਤੁਸੀਂ ਆਪਣੇ ਕੌਂਸਲ ਜਨਰਲ ਕੋਲ ਜਾਓ, ਕੌਂਸੂਲੇਟ ਵਿੱਚ, ਔਰ ਜਿਹੜਾ ਉੱਥੇ ਅਫਸਰ ਨਿਯੁਕਤ ਕੀਤਾ ਉਹ ਆਪਣਾ ਨੋਟ, ਸਭ ਕੁਛ ਉਹਨੂੰ ਨੋਟ ਕਰਾਓ। ਫਿਰ ਤੁਸੀਂ ਇਹ ਵੀ ਪੁੱਛਿਆ ਕਿ UK ਦੇ ਕਦੋਂ ਫਲਾਈਟਾਂ ਜਾਣਗੀਆਂ। ਸਿਰਫ ਇੱਕ ਜਾ ਰਹੀ ਹੈ ਇਸ ਵੇਲੇ ਫਲਾਈਟ ਅੰਮ੍ਰਿਤਸਰ ਤੋਂ। ਅੱਗੇ ਕਦੋਂ ਜਾਣਗੀਆਂ, ਕਿੱਥੋਂ ਜਾਣਗੀਆਂ, ਇਹ ਹੁਣ ਜਦੋਂ ਗਵਰਨਮੈਂਟ ਆਫ ਇੰਡੀਆ ਫੈਸਲਾ ਕਰੂ ਉਹ ਦੱਸਣਗੇ, ਕਿਉਂਕਿ ਫਲਾਈਟਾਂ ਦਾ ਕੰਮ ਉਹਨਾਂ ਦਾ ਹੈ ਔਰ ਉਹਨਾਂ ਨੂੰ ਆਪਣੇ, ਜੈਸੇ ਹੁਣ UK ਦੇ ਨਾਲ ਅਗਰ ਉਹ 4 ਫਲਾਈਟਾਂ ਭੇਜਦੇ ਨੇ, ਆਪਾਂ 4 ਭੇਜਦੇ ਹਾਂ, ਅਗਰ ਉਹ 7 ਭੇਜਣਗੇ ਆਪਾਂ 7 ਭੇਜਾਂਗੇ, ਇਹ ਸਿਸਟਮ ਹੁੰਦਾ, ਕੁਛ ਰੱਖਿਆ ਹੁੰਦਾ। ਤਾਂ ਜਦੋਂ ਗਵਰਨਮੈਂਟ ਆਫ ਇੰਡੀਆ ਫੈਸਲਾ ਕਰੂ ਫਿਰ ਹੀ ਅਸੀਂ ਦੱਸ ਸਕਾਂਗੇ। ਇਹ ਸਾਡੇ ਅਧੀਨ ਨਹੀਂ ਹੈ ਫਲਾਈਟਸ, ਉਹੀ ਦੱਸਣਗੇ। ਇਹ ਸਵਾਲ ਸੀ ਮਨਸੀ ਪੂਰੀ ਜੀ ਦਾ ਅੰਮ੍ਰਿਤਸਰ ਤੋਂ। ਤੁਸੀਂ ਫਿਰ ਹੋਰ ਪੁੱਛਿਆ ਧੀਰਜ ਸ਼ਰਮਾ ਹੈਦਰਾਬਾਦ ਤੋਂ ਕਿ ਮੈਂ ਫਸਿਆ ਹੋਇਆ, ਸਾਡੇ ਲੋਕ ਫਸੇ ਹੋਏ ਨੇ ਪੂਨਾ, ਹੈਦਰਾਬਾਦ ਅਤੇ ਬੈਂਗਲੌਰ, ਕਦੋਂ ਚੰਡੀਗੜ੍ਹ ਦੀ ਫਲਾਈਟ ਸ਼ੁਰੂ ਹੋ ਰਹੀਆਂ ਨੇ। ਕੁਛ ਅੱਜ ਸ਼ੁਰੂ ਹੋ ਗਈਆਂ, ਬੈਂਗਲੌਰ ਦੀ ਤਾਂ ਸ਼ੁਰੂ ਹੋ ਗਈ, ਪੂਨਾ ਔਰ ਹੈਦਰਾਬਾਦ 2-4 ਦਿਨਾਂ 'ਚ ਇਹ ਵੀ ਸ਼ੁਰੂ ਹੋ ਜਾਣੀ ਹੈ। ਆਹਿਸਤਾ ਇਹ ਫਲਾਈਟਾਂ ਇੰਟਰਨਲ ਆਪਣੀਆਂ ਫਲਾਈਟਾਂ ਸ਼ੁਰੂ ਹੋ ਰਹੀਆਂ ਨੇ। ਧਰੁਵ ਜੈਨ ਜੀ, ਦੀਪਾਂਸ਼ੂ ਕੁਮਾਰ ਜੀ ਨੇ ਪੁੱਛਿਆ, ਵਾਟ ਆਰ ਯੋਰ ਵਿਊਜ਼ ਔਨ ਫੋਰਨ ਐਲੀਮੈਂਟਸ ਲਾਈਕ ਖਾਲਿਸਤਾਨ ਆਰਗੇਨਾਈਜੇਸ਼ਨ ਟਰਾਈ ਟੂ ਡਿਸਟਰਬ ਦ ਪੀਸ ਇਨ ਪੰਜਾਬ। ਮੇਰਾ ਖਿਆਲ ਤੁਹਾਨੂੰ ਬੜਾ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਸ ਦੇ ਬਹੁਤ ਸਖਤ ਖਿਲਾਫ ਹੈ
और सख्त कार्रवाई करूँगा। मैं पंजाब की आब हवा बिगड़ नहीं देनी। और चाहे अज ही आया एक बंदा उत्थे ये साढ़े पंजाब हिंदुस्तान तो बैन लग गई इसके उपर, ये लोगों को उत्थे खराब करता है। और इनू हुण औख ये है कि जदों इन्हां दा ट्रूडो आया सी उरे प्राइम मिनिस्टर, मैं उन्होंने लिस्ट दी सी कि किहड़े ये बदमाशी करते हैं और पंजाब की आब हवा खराब करते हैं। बिच ही इहदा नाम सी पतवंत सिंह का। और ये हुण उत्थे जाके रौला रूड़ा पा रहा है। पर ट्रूडे नूं आए नूं 2 साल हो गए ने, पता नहीं हुण तां सुत्ता पिया सी कुछ। पर यही बंदा है जिहड़ा साडी बिगाड़ पाउण की कोशिश करता है। ये अगर ये समझदा है कि ये इन्नी हिम्मत है ना, बढ़ के देखे पंजाब च, मैं सीधा करके इनू छड्डूंगा उत्थे। इस किस्म की पंजाब दे विच एक गल सुन लो, बहुत साडा नुकसान होया। 14 साल असीं इत्थे भुगते हैं, पता नहीं किन्ने लोग मरे ने, किन्ना इत्थे नुकसान आर्थिक तौर पर होया, किन्ने पुलिस वाले मरे ने, किन्ने आम जनता मरी है। थोड़ा ख्याल मैं हुण देऊँगा इन्हूं पतवंत इन्हों ये बंदियां नूं उरे बढ़ के कुछ करन दा बिल्कुल नहीं आना। कोई इत्थे गड़बड़ करने की कोशिश करे, चाहे पाकिस्तान करे, चाहे ये करन, चाहे लोग हुण अपने आप कोशिश गुंडागर्दी जो इत्थे करदे ने, सारिਆਂ ਨੂੰ ਅਸੀਂ चंगी तरह इन्हों अंदर सीधा करांगे। ये समझ लैन इन्हों के टैररिस्ट मॉड्यूल्स मैं बहुत तोड़ चुके हो रहे। 32 के करीब असी टैररिस्ट मॉड्यूल चुके ने, कोई 200 के करीब तो इन्हों के हथियार फड़े ने असी, और सारे फड़ के असी सीधा कर रहे हैं। ऐसी यही जी कोई गल नहीं। ये ना समझण इत्थे कि पंजाब इत्थे आके तुसीं जो जी करदा तुसीं करी चलो। असी सारी साड़ी सिक्योरिटी सर्विस तैयार बैठिया ने, बॉर्डर पर बैठी है BSF, वो मगर असी बैठे हैं, और साढ़े मगर बैठी है फौज। हुण गड़बड़ करा के दिखाउण मैनूं, बिल्कुल सीधा करांगे इन्हां नूं। तुसीं फिर मैनूं ये कहा कि कई सब्जियां मंडियां दे विच क्वारंटीन वगैरह का की कर उत्थे ट्रैफिक कंट्रोल नहीं है। वो मैं पुलिस वालियां नूं दस रहे कि सब्जी मंडियां दे विच जिथे जोर हुंदा सवेर दे वेले वो ध्यान रखन, ताकि उत्थे सोशल डिस्टेंसिंग का प्रबंध हो सके। स्पूरीअस लिकर एल्कोहल पंजाब दे विच मैन्युफैक्चरिंग का ये हुंदा है हर वेले। जब कदे बैन लग जाता है ना, चाहे अमरीका का इतिहास देख लो या किसी का भी देख लो, उदों लोग एक गड़बड़ करन दी कोशिश करते हैं। हुण जब साडा बैन लग गया सी कि लिकर की सेल नहीं होनी, लिकर फैक्ट्रियां नहीं चल सकदियां, आ है थोड़ा आंकड़े देख लो पंजाब की हो रहा सी कि असी इलिसिट लिकर 17/5 तो लैके 25/5 तक असी FIR 1729 कीतियां ने। जेड़े बंदे पकड़े गए ने, अरेस्ट होए ने और अंदर जेल च ने 1360। और जिन्नी इलिसिट लिकर है जो देसी लिकर बनाते ने 16,583 लीटर ये असी पकड़े। जेड़े आम विस्कियां बनदियां ने, पता नहीं असली है या ये भर के अंदर भर देंदे ने, वो 62,477 लीटर असी ये फड़ी है। और लाहण किलोआं दे विच 4,71,371 आ तां तुसीं इत्थे करदे हो। और जेड़े पुलिस ने देखिया जिथे पट्ठियां दे विच अपने बनाई जाते हैं शराब, वो 97 पट्ठे जे इन्हों ने फड़ के उत्थे उठ के। तो इस किस्म का तो थोड़ा कम हो रहा है। जदों ये हुंदा उदों जदों कोई ये गल होए, हुण ये बिल्कुल सख्ती नाल असीं लगे हुए हैं। और मैं तुहानूं पूरा भरोसा दिंदा कि इत्थे कोई इहो जी गल नहीं होनी। ये गल जरूर है कि बाहरले सूबे तो इत्थे आउण दी कोशिश हुंदी है, क्योंकि पंजाब की शराब महंगी है कुछ, तो हिमाचल तो, चंडीगढ़ तो, हरियाणा तो, राजस्थान तो कदे कदे उधरों आ जाती है। असीं हुण उत्थे बहुत सख्ती कर रहे हैं। कोई इहो जिहा स्मगल करने की कोशिश करूँ, वो फिर असीं बड़ी सख्ती नाल उन्हां दे नाल बर्ताव करांगे। सदर जी ने कलकत्ते तो कि वॉट विल यू से अबाउट स्टैंड ऑफ बिटवीन इंडिया एंड चाइना, जो चीन और हिंदुस्तान दे नाल ये उपरले पासे उन्होंने उधर फिक्र है, क्योंकि उधर अरुणाचल दे विच कुछ हो रहा है, और सानू इधर फिक्र है क्योंकि इधर साढ़े कश्मीर के कोल अक्साई चीन वगैरह विच हो रहा है। एक गल ये देख लो, अज असी किसी दुनिया देश के नाल कोई लड़ाई नहीं चाहते। असी चाहते हैं कि अपने हालात सुधरन और आपां अपने काम करिए, वो अपना काम करन। लेकिन अगर ये यही जी गल्लां करदे ने जिथे असी बना रहे अपनी पोंगोंग सो दे कोल, अब चुशूल दे कोल असी बनाने अपनी एक सड़क, उन्होंने की तकलीफ है इस काम च?
ਜਦੋਂ ਉਹਨਾਂ ਨੇ ਸਾਡੇ ਏਰੀਆ 'ਚ ਅਕਸਾਈ ਚਿੰਨ੍ਹ ਦੇ ਵਿੱਚ ਇਹ ਸਭ ਕੁਝ ਸਾਂਭੀ ਬੈਠੇ ਨੇ ਔਰ ਸੜਕਾਂ ਬਣਾ ਰਹੇ ਨੇ, ਸਾਡੇ ਏਰੀਆ 'ਚ ਉਹ ਬਣਾ ਰਹੇ ਨੇ, ਉਹ ਅਸੀਂ ਉਹਨਾਂ ਨੂੰ ਕਹਿੰਦੇ ਰਹੇ ਨੇ, ਉਹ ਕੁਛ ਸੁਣਦੇ ਨਹੀਂ। ਲੇਕਿਨ ਅਸੀਂ ਇੱਕ ਸੜਕ ਬਣਾਉਂਦੇ ਹਾਂ, ਉਹਨਾਂ ਨੂੰ ਤਕਲੀਫ ਹੋ ਰਹੀ ਹੈ ਕੋਈ ਕਿਸਮ ਦੀ। ਤੋ ਆਪਾਂ जैसे अगर डिप्लोमैटिक तरीके नाल ਇਹਦਾ ਕੋਈ समझौता हो सकता है तो बड़ी अच्छी गल है, हो जे। ਅਸੀਂ नहीं चाहते कि झगड़ा होए, लेकिन ਆਪਾਂ पिठ भी नहीं दिखानी। और ये चीनिया ਨੂੰ पता होना चाहिए कि एक बार हो गया सो हो गया। 1962 हिंदुस्तान की फौज ਹੁਣ बिल्कुल तैयार बैठी है, तो ये साढ़े नाल पंगा ना लो। लेकिन जैसे मैंने कहा ਅਸੀਂ जंग नहीं चाहते, लेकिन अगर अं करते रहे फिर साढ़े कोल कोई होर चारा नहीं रहना। इस करके तुसी भी सुधरो और तुसी सुधर के साढ़े नाल गलबात करो और इसका हल कढ़िए आपां कुछ। ये हुण बड़ी गल तुसी पुछी है मैनू गगनदीप जी हुशियारपुर नाल कि अकाली दल कहंदा कि असीं बिजली पानी ते दी मोटरां ते बिल लावांगे। ये अकाली दल की आदत ही है झूठ बोलण दी। जद तो पिछली सरकार सी मेरे उदों भी इन्होंने करती कि जी कांग्रेस ने तो बिल ला देने ने। ਹੁਣ 3 ਸਾਲ ਸਾਨੂੰ ਹੋ ਗਏ, ਹੁਣ ਰੋਜ਼ ਹੀ ਕਹੀ ਜਾਂਦੇ ਨੇ ਬਿੱਲ ਆਉਣਗੇ ਜੀ, ਬਿੱਲ ਆਉਣਗੇ ਜੀ। ਅਸੀਂ ਕਿਉਂ ਬਿੱਲ ਆਏ? ਅਸੀਂ ਕਮਲੇ ਹਾਂ ਕੋਈ ਕਿ ਬਿੱਲ ਲਾ ਦੀ ਆਪਣੇ ਕਿਸਾਨਾਂ ਦੇ ਉੱਪਰ, ਜਦੋਂ ਸਾਨੂੰ ਪਤਾ ਹੈ ਕਿ ਹਾਲਾਤ ਕੀ ਇੱਥੇ ਬਣੇ ਹੋਏ ਨੇ। ਇਹ ਬਿਲਕੁਲ ਕੋਈ ਬਿੱਲ ਨਹੀਂ ਸਾਡਾ ਪੰਜਾਬ ਦੇ ਉੱਪਰ ਕਿਸੇ ਕਿਸਾਨ ਦੇ ਉੱਪਰ ਲੱਗਣਾ, ਕੋਈ ਟਿਊਬਵੈੱਲ ਦੇ ਉੱਪਰ ਨਹੀਂ ਲੱਗਣਾ। ਇਹਨਾਂ ਨੂੰ ਆਦਤ ਹੈ ਬੋਲਣ ਦੀ, ਤੁਸੀਂ ਇਹਨਾਂ ਦੀ ਆਦਤ ਵਿੱਚ ਨਾ ਪਾਓ। ਇਹਨਾਂ ਸੁਣਦੇ ਰਹੋ ਔਰ ਉਹਨਾਂ ਨੂੰ ਕਹਿ ਦਿਓ ਕਿ ਤੁਸੀਂ ਝੂਠ ਬੋਲ ਰਹੇ ਹੋ। ਮੈਂ ਬੈਠਾ ਉਰੇ ਦੇਖਾਂਗੇ ਕੌਣ ਬਿੱਲ ਇੱਥੇ ਲਾਉਂਦਾ। ਔਰ ਇਹ ਗੱਲਾਂ ਬਿਲਕੁਲ ਸਾਨੂੰ ਨਹੀਂ ਪਤਾ ਕਿ ਸਾਡੀ ਕਿਸਾਨੀ ਕਿਸ ਗਰੀਬੀ ਦੇ ਵਿੱਚ ਬੈਠੀ ਹੈ। ਸਾਡੇ ਤਕਰੀਬਨ 70% ਦੇ ਕੋਲ ਸਾਡੇ 5 ਕਿੱਲੇ ਤੋਂ ਘੱਟ ਦੇ ਮਾਲਕ ਨੇ, ਮਸਾ ਆਪਣੀ ਰੋਟੀ ਖਾਂਦੇ ਨੇ, ਬੱਚਿਆਂ ਨੂੰ ਰੋਟੀ ਖਵਾਉਂਦੇ ਨੇ। ਉਹਨਾਂ 'ਤੇ ਹੁਣ ਕੈਸੇ ਅਸੀਂ ਬਿੱਲ ਲਾ ਦਈਏ? ਤੋ ਇਹਨਾਂ ਗੱਲਾਂ 'ਤੇ ਤੁਸੀਂ ਨਾ ਆਓ। ਇਹ ਜ਼ਰੂਰ ਹੈ ਕਿ ਅਸੀਂ ਜਿਹੜੀ ਇਹ ਗਵਰਨਮੈਂਟ ਆਫ ਇੰਡੀਆ ਨੇ ਕੰਡੀਸ਼ਨ ਲਾਇਆ ਜਿਹੜਾ ਲੋਨ ਦੇਣ ਦਾ ਕਿ ਇਹ ਜਿਹੇ ਕੋਈ ਬਿੱਲ ਕਰਨੇ ਚਾਹੀਦੇ ਨੇ, ਤਾਂ ਪਰ ਉਹ ਸਾਡੀ ਮਰਜ਼ੀ ਹੈ, ਅਸੀਂ ਲਾਈਏ ਅਸੀਂ ਨਾ ਲਾਈਏ। ਜਿੱਥੇ ਤਾਈਂ ਸਵਾਲ ਕਰਨ ਦੀ ਗੱਲ ਹੈ ਤੁਸੀਂ ਉਹਨੂੰ ਕਰੋ, ਉਹਨਾਂ ਨੂੰ ਕਰੋ ਕਿ ਤੁਸੀਂ ਆਪਣੇ ਵਜ਼ੀਰ ਬਿਠਾਏ ਹੋਏ ਨੇ ਉੱਥੇ ਦਿੱਲੀ ਦੀ ਸਰਕਾਰ ਵਿੱਚ ਜਿਹੜਾ ਫੈਸਲਾ ਕਰਦੀ ਹੈ ਕਿ ਇੱਥੇ ਬਿੱਲ ਲਾਓ। ਔਰ ਕਿਆ ਕਰ ਰਹੀ ਹੈ ਹਰਸਿਮਰਤ ਕੌਰ? ਕਿਉਂ ਬੈਠੀ ਹੈ ਉੱਥੇ? ਉਹ ਕਿਉਂ ਨਹੀਂ ਬੋਲਦੀ ਕੈਬਨਿਟ ਦੇ ਵਿੱਚ? ਉਹ ਕਿਉਂ ਨਹੀਂ ਕਹਿੰਦੀ ਕਿ ਅਸੀਂ ਬਿੱਲ ਨਹੀਂ ਅਸੀਂ ਲਗਵਾਉਣ ਦੇਵਾਂਗੇ? ਉਹ ਤਾਂ ਕਹਿਣਾ ਨਹੀਂ, ਜਿਹੜੀ ਅਸੀਂ ਨਹੀਂ ਕਰਨ ਲੱਗੇ ਉਹ ਕਹਿਣਾ ਜੀ ਕਾਂਗਰਸ ਪਾਰਟੀ ਲਾਊਗੀ ਜੀ ਬਿੱਲ। ਤੋ ਇਹ ਜਿਹੜੀਆਂ ਗੱਲਾਂ ਸੈਂਟਰ ਦੀਆਂ ਇਹ ਜਿਹੀ ਚੀਜ਼ਾਂ ਨੇ, ਇਹ ਲੋਕਾਂ ਨੂੰ ਤੁਸੀਂ ਸਦਾ ਵਾਸਤੇ ਗੁੰਮਰਾਹ ਨਹੀਂ ਕਰ ਸਕਦੇ। ਇੱਕ ਵਾਰ ਕਰ ਲਓ, 2 ਵਾਰ ਕਰ ਲਓ, ਸਦਾ ਹੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਨੇ। ਸੋ ਇਹ ਗੱਲਾਂ ਤੁਸੀਂ ਛੱਡੋ, ਕੋਈ ਬਿੱਲ ਨਹੀਂ ਲੱਗੇਗਾ। ਔਰ ਇੱਥੇ ਅਸੀਂ ਬਿਲਕੁਲ ਆਪਣਾ ਜੈਸੇ ਪਹਿਲਾਂ ਚੱਲਦਾ ਰਿਹਾ ਐਂ ਚੱਲੂਗਾ ਕੰਮ। ਅਗਰ ਉਹਨਾਂ ਨੇ ਸਾਨੂੰ ਇਹ ਕੰਡੀਸ਼ਨ ਲਾਈ ਹੈ ਤਾਂ ਜਿਹੜੀ ਕੰਡੀਸ਼ਨ ਲੱਗਣੀ ਹੈ, ਜਿੰਨਾ ਹਿੱਸੇ ਦਾ ਕੰਡੀਸ਼ਨ ਲੱਗਣਾ, ਅਸੀਂ ਨਹੀਂ ਮੰਨਾਂਗੇ ਉਸ ਨੂੰ। ਉਹ ਉਹਨਾਂ ਦੀ ਮਰਜ਼ੀ ਹੈ, ਫਿਰ ਉਸ ਤੋਂ ਬਾਅਦ ਸਾਨੂੰ ਇਜਾਜ਼ਤ ਦੇਣ ਜਾਂ ਨਾ ਦੇਣ। ਟਿੱਡੀਆਂ ਦਾ ਜਿਹੜਾ ਕੰਮ ਹੈ ਮਸਲਾ ਤੁਸੀਂ ਮੈਨੂੰ ਪੁੱਛਿਆ ਹੈ, ਵਿਕਰਮ ਸਿੱਧੂ, ਰਜੌੜਾ ਗੌਰਵ ਅਤੇ ਵਿਭੂਤੀ ਭੂਸ਼ਣ ਨੇ ਕਿ ਇਹ ਟਿੱਡੀਆਂ ਦੇ ਉੱਪਰ ਤੁਸੀਂ ਕੀ ਕਰ ਰਹੇ ਹੋ। ਦੇਖੋ ਇਹ ਟਿੱਡੀਆਂ ਦਾ ਬਹੁਤ ਬੜਾ ਹੈ। ਬਲੂਚਿਸਤਾਨ ਦੇ ਵਿੱਚ ਇਹਨਾਂ ਨੇ ਜਨਮ ਲਿੱਤਾ ਔਰ ਉੱਧਰੋਂ ਇੱਧਰ ਨੂੰ ਆ ਗਏ। ਇਹ ਆ ਗਏ ਸੇ ਸੰਗਰੀਆ ਤੱਕ। ਸੰਗਰੀਆ ਤੋਂ ਕੱਲ੍ਹ ਉਹ ਨੀਚੇ ਨੂੰ ਚਲੇ ਗਏ ਔਰ ਮੱਧ ਪ੍ਰਦੇਸ਼ ਦੀ ਤਰਫ। ਪਰ ਅਸੀਂ ਤਿਆਰੀ ਰੱਖੀ ਹੈ 7 ਜ਼ਿਲ੍ਹਿਆਂ ਜੋ ਬਿਲਕੁਲ ਨੀਚੇ ਰਾਜਸਥਾਨ ਹਰਿਆਣੇ ਦੇ ਨਾਲ ਲੱਗਦੇ ਨੇ, ਸਾਰਿਆਂ ਦੇ ਵਿੱਚ ਸਾਡੇ ਕੋਲ ਤਿਆਰੀ ਹੈ। ਦਵਾਈਆਂ ਛਿੜਕਾਉਣ ਵਾਲੀਆਂ ਮਸ਼ੀਨਾਂ ਸਭ ਕੁਝ ਤਿਆਰ ਪਿਆ। ਅਗਰ ਬਾਈ ਚਾਂਸ ਆ ਜਾਣ ਅਸੀਂ ਕਾਬੂ ਕਰਾਂਗੇ। ਲੇਕਿਨ ਇਸ ਵੇਲੇ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਵੱਲ ਨਹੀਂ ਆ ਰਹੇ, ਉੱਧਰ ਨੂੰ ਜਾ ਰਹੇ ਨੇ ਅਤੇ ਉਹਨਾਂ ਦੇ ਜਿਹੜੇ ਸੂਬੇ ਨੇ ਉਹ ਆਪਣਾ ਪ੍ਰਬੰਧ ਉੱਥੇ ਕਰ ਰਹੇ ਨੇ ਇਸ ਦਾ। ਇਹ ਫਿਰ ਗੋਬਿੰਦ ਜੀ ਨੇ ਕਪੂਰਥਲੇ ਤੋਂ ਬਿੱਲ ਦੇ ਬਾਰੇ ਪੁੱਛਿਆ, ਬਿਜਲੀ ਦੇ ਬਿੱਲਾਂ ਦਾ। ਉਹ ਮੈਂ ਤੁਹਾਨੂੰ ਦੱਸ ਚੁੱਕਿਆ, ਦੁਬਾਰਾ ਦੱਸਣ ਦੀ ਲੋੜ ਨਹੀਂ ਉਸਦੀ ਕਿ ਸਾਡਾ ਕੋਈ ਬਿੱਲ ਨਹੀਂ ਲੱਗੇਗਾ ਇੱਥੇ ਐਗਰੀਕਲਚਰ ਪੰਪਾਂ 'ਤੇ। ਤੁਸੀਂ ਇੱਥੋਂ ਜਵਾਹਰਪੁਰ, ਇੱਥੇ ਸਾਡੇ ਗੁਆਂਢੀ ਹੋ ਤੁਸੀਂ, ਪਿੰਡ ਗਵਾਰਪੁਰ ਆਪਣੇ ਮੋਹਾਲੀ ਦੇ ਵਿੱਚ ਹੀ ਡੇਰਾ ਬੱਸੀ ਦੇ ਏਰੀਆ 'ਚ। ਔਰ ਤੁਸੀਂ ਮੈਨੂੰ ਕਿਹਾ ਕਿ ਸਾਡੇ 50 ਕੇਸ ਸਾਡੇ ਹੋ ਚੁੱਕੇ ਨੇ, ਬਟ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਨੇ। ये भी तुसी क्या है कि आप लोगों को बोलो कि कोरोना से डरे मत, सरकार की जो हदायतें हैं उस पे पालन करो। वो कहते ने कि डरो नहीं, मैनू हो चुके है, मैं ठीक हो गया, पर करो तुसी वही गल्लां जो सरकार कहंदियां ने, सोशल डिस्टेंसिंग, हथ धोना जो डॉक्टर वगैरह कहते हैं। एक कुलविंदर सैनी है डेरा बसी तो।
एक होर आई है उन्होंने इत्थों ही जसप्रीत भारद्वाज जी। मैं एक कैमिस्ट्री का लैक्चरर है, कैमिस्ट्री में पढ़ाना है, मैं ऑनलाइन क्लासे लैना है। मैं बड़ा खुश है जेडे तुसी कदम उठाए ने ते असी सारे बिल्कुल ठीक है। साढ़े जेडे जिन्होंने हो गया सी कोरे ठीक हो गए। तुसी फिर ये पूछा मैनू कि कदों ये पूछा मैनू मानिक ने नीरज शर्मा, चेतन शर्मा जलंधर और करण नागरा और प्रभजोत सिंह के 10वीं दे डिकलेयर कदों करोगे। डिकलेयर तो असीं कर ही दिते कि ना 5वीं ना 8वीं ना 10वीं दे कोई थोनू इम्तिहान करने की लोड़ नहीं। जो थोड़े सर्टिफिकेट है वो सर्टिफिकेट थोनू बन के साडी डिपार्टमेंट ऑफ एजुकेशन देख लेगी कि थोनू ये पहुँच जाए। फिर तुसीं कुलदीप कौर जी ने लुधियाने कहा है कि कुछ स्कूल खुलन लग गए ने, ये बिल्कुल नहीं खुलणगे। जो हुक्म है सरकार का वो मनणगे इस स्कूल। और मैं डिप्टी कमिश्नर को सुनेहा भेज रहा कि चैक करन, खास करके लुधियाने जितों तुसीं पुछया कि किहड़े स्कूल खुले ने, इन्हां ते फाइन करांगे असीं नहीं असीं होण देना। फिर गुरा महल भाई बठिंडा उन्हें कहा कि जिहड़ा तुसीं कोविड-19 का तुसीं बड़ा वधिया काम किया है। मैं ये बारे गाना लिखा, मेरा तुहानूं सुनाना चाहुंदा। चलो सुन लांगे गोरा जी, असीं तुहाडा गाना चलो एक दिन आ जाओ, फिर मैनूं सुना देना। और लेबर रिफॉर्म सी जिहड़ी तुसीं मैनूं पुछया इत्थे कि लेबर रिफॉर्म्स का एनी प्लान, कोई कदम तुसीं चक रहे हो पंजाब दे विच। देखो लेबर एक जिहड़ी वधिया इकोनॉमी चल रही है, आर्थिकता चल रही है और वाइबरेंट इकोनॉमी होवे, बड़ी तगड़े तरीके नाल ये वधदी होवे, तो लेबर का जिहड़ा भी उन्होंने दुख है वो साडा दूर करना साडा काम है। एंड ये ताकि कानून भी चले और लेबर भी खुश रहे। ये दोनों चीज़ां असी अगर कोई यही जी गल हुंदी है सानू दसो, असी जरूर इहदा कोई हल कढांगे। ना इंडस्ट्री चल सकती है लेबर बगैर, और ना लेबर दे कोई नौकरियां मिलनियां या साधन बननगे जद तक इंडस्ट्री ना होए। तो तुहानूं दोनों एक भाई भैन के तरीके नाल या भाई भाई के तरीके नाल तुहानूं चलना पऊ। पंजाब एक सूबा है जिथे वधिया तरीके नाल इत्थे चलदा रहा और अहीं चलना चाहिए एक भाई भाई दे एक तरीके नाल। ਉਹੀ ਤੁਹਾਡਾ कदम ਆਪਾਂ ਨੂੰ ਆਪਣੇ ਪੰਜਾਬ ਦੇ ਵਿੱਚ ਰੱਖਣਾ ਪਊ। तो यही गल्लां सीआं थोड़ियां तुसीं ਜਿਹੜੇ ਮੈਨੂੰ सवाल ਕੀਤੇ ਨੇ ਮੈਨੂੰ। ਵਾਹਿਗੁਰੂ करे ਇਹ ਜਿਹੜੇ ਹੁਣ ਆਪਾਂ ਮੈਨੂੰ ਮੇਰੇ ਮਨ 'ਤੇ ਤਾਂ ਇਹੀ ਕੋਵਿਡ ਦਾ ਹੁਣ ਰਹਿੰਦਾ। ਹੁਣ ਫਸਲ ਤਾਂ ਆ ਗਈ ਆਪਣੀ, ਲੇਕਿਨ ਇਹ ਕੋਵਿਡ ਇੱਕ ਚੀਜ਼ ਬਿਮਾਰੀ ਹੈ। ਮੈਂ ਨਹੀਂ ਚਾਹੁੰਦਾ ਕਿ ਦੇਖੋ ਹਰ ਪੰਜਾਬੀ ਜਿਹਨੂੰ ਕੋਵਿਡ ਹੁੰਦਾ ਮੈਨੂੰ ਦੁੱਖ ਹੈ। हर पंजाबी जिहड़ा मरदा है मैनू बहुत ही दुख है कि मेरा एक परिवार का जी मेरा चला गया। तुहानूं पता है किन्ने साडे मर चुके ने अज ताईं, जब तो कोविड शुरू हुआ 40 पंजाबी। तो सारे कल्ले कल्ले जिन्हां दे परिवार ने। तुसीं तां सारे मेरे वीर हो, कोई मेरा भाई है, कोई बच्चे ने, कोई तुसीं मेरे बजुर्ग हो। ये मैनू दुख हुंदा है जदों ये गल हुंदियां ने। तां ही मैं तुहानूं बार बार ये कदम चक्कण नूं कहना है कि आपां बचा लो अपने बंदिआं नूं। और प्लीज़ मेरी गल तुसीं मन्नो कि तुसीं अपने सोशल डिस्टेंसिंग रखो, हत्थ धो, किसी कोई फालतू गल्लां करने की लोड़ नहीं। और मास्क पाओ। मास्क मैं सख्ती करूँ, 500 रुपए हुण फाइन है मास्क अगर कोई नहीं पाउंदा, और 500 रुपए फाइन है अगर कोई थुकदा। और इहनूं मैं बढ़ा दूंगा होर, लेकिन मैं इत्थे करोना नहीं आउण देना। मैं और थोनू मैं बेनती करदा तुसीं सारे पंजाबी हो, अपने अपने सूबे नूं, अपने गुआंढ नूं, अपने पिंड नूं, अपने शहर नूं तुसीं बचाउणा है। और थोनू ये कदम चकने पैणगे। यही मैं इत्थों एक गल इत्थों मंगदा और मैं आस करदा तुसीं मेरी गल मन्नोगे। हुण मिलांगे आपां फिर अगले हफ्ते। बहुत धन्नवाद तुहाडा। जय हिंद।